सत श्री अकाल जी सारिਆਂ ਨੂੰ। ਅੱਜ ਦੇ ਇਸ ਲੈਕਚਰ ਵਿੱਚ ਆਪਾਂ ਪੜਾਂਗੇ ਪਾਰਟੀਸ਼ਨ ਆਫ ਬੰਗਾਲ ਅਤੇ ਸਵਦੇਸ਼ੀ ਮੂਵਮੈਂਟ ਬਾਰੇ। ਵਿਦਿਆਰਥੀਓ, ਪੰਜਾਬ ਦੇ ਪੇਪਰਾਂ ਦਾ ਫੇਵਰੇਟ ਟੌਪਿਕ ਹੈ ਆਪਣਾ ਮੂਵਮੈਂਟਸ। ਠੀਕ ਹੈ ਜੀ, ਤੁਹਾਨੂੰ ਪੇਪਰ ਦੇ ਵਿੱਚ ਉਹ ਮੂਵਮੈਂਟਸ ਪੁੱਛੀ ਜਾਂਦੀਆਂ ਨੇ ਜਿਨ੍ਹਾਂ ਦਾ ਸਪਰੈਡ ਆਲ ਓਵਰ ਇੰਡੀਆ ਦੇ ਵਿੱਚ ਰਿਹਾ। ਠੀਕ ਹੈ ਜੀ, ਤੇ ਉਹਨਾਂ ਵਿੱਚੋਂ ਇੱਕ ਮੂਵਮੈਂਟ ਆਪਣੀ ਸਵਦੇਸ਼ੀ ਮੂਵਮੈਂਟ। ਠੀਕ ਹੈ ਜੀ, ਤਾਂ ਸਵਦੇਸ਼ੀ ਮੂਵਮੈਂਟ ਦਾ ਕਾਰਨ ਕੀ ਰਿਹਾ ਸੀ? ਉਹ ਰਿਹਾ ਸੀ ਜੀ ਪਾਰਟੀਸ਼ਨ ਆਫ ਬੰਗਾਲ। ਇਸ ਕਰਕੇ ਸਵਦੇਸ਼ੀ ਮੂਵਮੈਂਟ ਨੂੰ ਪੜ੍ਹਨ ਤੋਂ ਪਹਿਲਾਂ ਆਪਾਂ ਨੂੰ ਪਾਰਟੀਸ਼ਨ ਆਫ ਬੰਗਾਲ ਵੀ ਪੜ੍ਹਨਾ ਪਏਗਾ। ਤਾਂ ਸਟਾਰਟ ਕਰਦੇ ਹਾਂ ਅੱਜ ਦਾ ਲੈਕਚਰ। ਉਸ ਤੋਂ ਪਹਿਲਾਂ ਸਭ ਨੂੰ ਇੱਕ ਰਿਕੁਐਸਟ ਆ, ਸਾਡਾ ਟੈਲੀਗ੍ਰਾਮ ਚੈਨਲ ਜੁਆਇਨ ਕਰ ਲਓ, ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਠੀਕ ਹੈ ਜੀ, ਸਟਾਰਟ ਕਰਦੇ ਹਾਂ ਅੱਜ ਦਾ ਲੈਕਚਰ। ਪਾਰਟੀਸ਼ਨ ਆਫ ਬੰਗਾਲ। ਜੋ ਪਾਰਟੀਸ਼ਨ ਆਫ ਬੰਗਾਲ ਹੋਈ ਸੀ, ਇਹ ਹੋਈ ਸੀ ਜੀ ਅਕਤੂਬਰ 16 1905 ਦੇ ਵਿੱਚ। ਅਕਤੂਬਰ 16 1905 ਦੇ ਵਿੱਚ ਲਾਰਡ ਕਰਜ਼ਨ ਦੁਆਰਾ ਕਰੀ ਗਈ ਸੀ। ਠੀਕ ਹੈ ਜੀ, ਲਾਰਡ ਕਰਜ਼ਨ ਦੁਆਰਾ ਕਰੀ ਗਈ ਸੀ। ਜੋ ਲਾਰਡ ਕਰਜ਼ਨ ਸੀ ਉਹ 1899 ਤੋਂ ਲੈ ਕੇ 1905 ਤੱਕ ਇੰਡੀਆ ਦੇ ਵਾਇਸਰੋਏ ਸੀਗੇ। ਇੰਡੀਆ ਦੇ ਵਾਇਸਰੋਏ ਸੀ। ਤਾਂ ਉਹਨਾਂ ਨੇ ਕਰੀ ਸੀ ਜੀ ਬੰਗਾਲ ਦੀ ਵੰਡ। ਹਿੰਦੀ ਦੇ ਵਿੱਚ ਪਾਰਟੀਸ਼ਨ ਆਫ ਬੰਗਾਲ ਨੂੰ ਬੰਗ ਭੰਗ ਦੇ ਨਾਮ ਦੇ ਨਾਲੋਂ ਜਾਣਿਆ ਜਾਂਦਾ। ਠੀਕ ਹੈ ਜੀ, ਉਹਨਾਂ ਨੇ ਕੀ ਕਰਿਆ ਸੀ? ਉਹਨਾਂ ਨੇ ਦੇਖੋ, ਇਹ ਸਾਰਾ ਏਰੀਆ ਹੈ ਆਪਣਾ ਬੰਗਾਲ ਦਾ, ਇਹ ਸਾਰਾ ਬੰਗਾਲ ਸੀਗਾ। ਉਹਨਾਂ ਨੇ ਕੀ ਕਰਿਆ? ਬੰਗਾਲ ਦੇ ਦੋ ਟੁਕੜੇ ਕਰ ਦਿੱਤੇ 1905 ਦੇ ਵਿੱਚ। ਤੇ ਇਹ ਜੋ ਬੰਗ ਭੰਗ ਸੀ ਇਹ 1911 ਤੱਕ ਰਿਹਾ। 1911 ਦੇ ਵਿੱਚ ਦਿੱਲੀ ਦਰਬਾਰ ਲੱਗਿਆ ਸੀ, ਜਿਹਦੇ ਵਿੱਚ ਬੰਗ ਭੰਗ ਨੂੰ ਅਨਲ ਕਰ ਦਿੱਤਾ ਗਿਆ ਸੀ, ਖਤਮ ਕਰ ਦਿੱਤਾ ਗਿਆ ਸੀ। ਠੀਕ ਹੈ ਜੀ, ਤਾਂ ਬੰਗ ਭੰਗ ਕੀ ਸੀ ਆ ਪਾਰਟੀਸ਼ਨ ਆਫ ਬੰਗਾਲ ਕੀ ਸੀ? ਇਹਦੇ ਵਿੱਚ ਕੀ ਕਰਿਆ ਗਿਆ? ਅੰਗਰੇਜ਼ਾਂ ਨੇ ਇਹ ਕਿਹਾ ਵੀ ਜੋ ਆਪਣਾ ਬੰਗਾਲ ਹੈ ਇਹ ਇੱਕ ਬਹੁਤ ਹੀ ਵੱਡਾ ਏਰੀਆ ਹੈ ਖੇਤਰ ਵਾਈਜ਼, ਅਤੇ ਇਸ ਨੂੰ ਐਡਮਿਨਿਸਟ੍ਰੇਟ ਕਰਨਾ, ਇਸ ਦਾ ਪ੍ਰਸ਼ਾਸਨ ਚਲਾਉਣਾ ਬਹੁਤ ਮੁਸ਼ਕਿਲ ਹੈ। ਉਹਨਾਂ ਦੀ ਸਟੇਟਮੈਂਟ ਸੀ ਬੰਗਾਲ ਇਜ਼ ਟੂ ਬਿਗ ਟੂ ਐਡਮਿਨਿਸਟ੍ਰੇਟ। ਇਸ ਕਰਕੇ ਇਹਦਾ ਕੀ ਕਰਨਾ ਪਊਗਾ? ਇਸ ਦੇ ਦੋ ਟੁਕੜੇ ਕਰਨੇ ਪੈਣਗੇ ਤਾਂ ਕਿ ਜੋ ਬੰਗਾਲ ਦਾ ਈਸਟ ਵਾਲਾ ਪਾਰਟ ਆ ਉੱਥੇ ਕੀ ਹੋ ਸਕੇ, ਉੱਥੇ ਡਿਵੈਲਪਮੈਂਟ ਹੋ ਸਕੇ। ਠੀਕ ਹੈ ਜੀ, ਤਾਂ ਆਪਣੇ ਲਾਰਡ ਕਰਜ਼ਨ ਜੀ ਨੇ 1905 ਦੇ ਵਿੱਚ ਬੰਗਾਲ ਦੇ ਦੋ ਟੁਕੜੇ ਕਰੇ। ਠੀਕ ਹੈ ਜੀ, ਇੱਕ ਟੁਕੜੇ ਦਾ ਨਾਮ ਦਿੱਤਾ ਗਿਆ ਆਪਣਾ ਈਸਟ ਬੰਗਾਲ ਐਂਡ ਅਸਾਮ, ਜਿਹਦੀ ਕੈਪੀਟਲ ਰੱਖੀ ਗਈ ਦੱਕਾ। ਤੇ ਦੂਜਾ ਟੁਕੜਾ ਰਹਿ ਗਿਆ ਆਪਣਾ ਬੰਗਾਲ। ਜਿਹਦੇ ਵਿੱਚ ਅੱਜ ਦੇ ਟਾਈਮ ਦਾ ਵੈਸਟ ਬੰਗਾਲ, ਬਿਹਾਰ ਤੇ ਉੜੀਸਾ ਆਉਂਦੇ ਨੇ, ਤੇ ਇਹਦੀ ਕੈਪੀਟਲ ਰੱਖੀ ਗਈ ਜੀ ਆਪਣੇ ਕੋਲ ਕਲਕੱਤਾ। ਓਕੇ, ਤੁਹਾਡਾ ਪੇਪਰ ਦੇ ਵਿੱਚ ਕੁਐਸਚਨ ਆਊਗਾ ਵੀ ਜੋ ਪਾਰਟੀਸ਼ਨ ਆਫ ਬੰਗਾਲ ਸੀ ਉਹ ਬ੍ਰਿਟੇਨ ਦੀ ਪਾਰਲੀਮੈਂਟ ਦੇ ਵਿੱਚ ਕਦੋਂ ਪ੍ਰਪੋਜ਼ ਕਰੀ ਗਈ? ਜੋ ਆਪਣੀ ਪਾਰਟੀਸ਼ਨ ਆਫ ਬੰਗਾਲ ਸੀ ਉਹ ਬ੍ਰਿਟੇਨ ਦੀ ਪਾਰਲੀਮੈਂਟ ਦੇ ਵਿੱਚ ਦਸੰਬਰ 3 1903 ਦੇ ਵਿੱਚ ਪ੍ਰਪੋਜ਼ ਕਰੀ ਗਈ। ਕਿਹਦੇ ਵੱਲੋਂ? ਲਾਰਡ ਕਰਜ਼ਨ ਦੇ ਵੱਲੋਂ। ਠੀਕ ਹੈ ਜੀ, ਤੇ ਸੈਕਿੰਡ ਕੁਐਸਚਨ ਆਏਗਾ ਪੇਪਰ ਦੇ ਵਿੱਚ ਵੀ ਅਨਾਊਂਸ ਕਦੋਂ ਕਰੀ ਗਈ? ਉਹਦੀ ਘੋਸ਼ਣਾ ਕਦੋਂ ਕਰੀ ਗਈ? ਉਹਦੀ ਘੋਸ਼ਣਾ ਕਰੀ ਗਈ ਜੀ ਜੁਲਾਈ 20 1905 ਦੇ ਵਿੱਚ। ਕਿਹਦੇ ਵੱਲੋਂ? ਲਾਰਡ ਕਰਜ਼ਨ ਦੇ ਵੱਲੋਂ। ਠੀਕ ਹੈ ਜੀ, ਲਾਰਡ ਕਰਜ਼ਨ ਦੇ ਬਾਰੇ ਆਪਾਂ ਦੋ ਗੱਲਾਂ ਜਾਣ ਲੈਂਦੇ ਹਾਂ। ਲਾਰਡ ਕਰਜ਼ਨ ਉਹ ਇਨਸਾਨ ਸੀ ਜਿਨ੍ਹਾਂ ਨੇ 1901 ਦੇ ਵਿੱਚ ਪੰਜਾਬ ਦੇ ਵਿੱਚ ਖੈਬਰ ਦਾ ਏਰੀਆ ਮਿਲਾ ਕੇ ਇਸ ਸਾਰੇ ਏਰੀਏ ਨੂੰ ਨਾਮ ਦਿੱਤਾ ਸੀ ਜੀ ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ। ਓਕੇ ਜੀ, ਇਹ 1901 ਦੇ ਵਿੱਚ ਦਿੱਤਾ ਗਿਆ ਸੀ। ਕਿਹਦੇ ਵੱਲੋਂ ਦਿੱਤਾ ਗਿਆ ਸੀ? ਲਾਰਡ ਕਰਜ਼ਨ ਦੇ ਵੱਲੋਂ। ਓਕੇ ਜੀ, ਇੱਕ ਤੁਹਾਡਾ ਐਗਰੀਕਲਚਰ ਦਾ ਕੁਐਸਚਨ ਆ ਆਪਣਾ। ਐਗਰੀਕਲਚਰ ਦੇ ਵਿੱਚ ਪੁੱਛਿਆ ਜਾਂਦਾ ਜੀ ਐਗਰੀਕਲਚਰ ਰਿਸਰਚ ਇੰਸਟੀਟਿਊਟ। ਇਹ ਵੀ ਐਗਰੀਕਲਚਰ ਇੰਸਟੀਟਿਊਟ ਪੂਸਾ, ਇਹ ਹੈਗਾ ਸੀ ਜੀ ਪਹਿਲਾਂ ਬਿਹਾਰ ਦੇ ਵਿੱਚ। ਇਹ ਵੀ ਲਾਰਡ ਕਰਜ਼ਨ ਦੇ ਟਾਈਮ ਦੇ ਵਿੱਚ ਹੀ ਬਣਿਆ ਸੀ।
ਅੱਜ ਦੇ ਟਾਈਮ ਦੇ ਵਿੱਚ ਇਹਦਾ ਹੈੱਡਕੁਆਟਰ ਹੈ ਜੀ ਆਪਣਾ ਨਿਊ ਦਿੱਲੀ ਦੇ ਵਿੱਚ, ਨਿਊ ਦਿੱਲੀ ਦੇ ਵਿੱਚ। ਓਕੇ ਜੀ, ਅੱਗੇ ਦੇਖਦੇ ਆਪਾਂ। ਅੱਗੇ ਹੈ ਦੇਖੋ ਜੋ ਆਪਣਾ ਇਹ ਵਾਲਾ ਏਰੀਆ ਹੋਇਆ, ਇਹਨਾਂ ਨੇ ਜੋ ਏਰੀਆ ਬਣਾਇਆ ਆਪਣਾ ਈਸਟ ਬੰਗਾਲ ਐਂਡ ਅਸਾਮ ਵਾਲਾ ਜੋ ਏਰੀਆ ਬਣਾਇਆ, ਇਹਦੇ ਵਿੱਚ ਕੀ ਹੋਇਆ, ਇਹਦੇ ਵਿੱਚ ਜੋ ਮੁਸਲਿਮ ਸੀਗੇ ਨਾ, ਮੁਸਲਿਮ ਜੋ ਸੀ ਉਹ ਚਲੇ ਗਏ ਜੀ ਮੈਜੋਰਟੀ ਦੇ ਵਿੱਚ, ਮੁਸਲਿਮ ਚਲੇ ਗਏ ਜੀ ਮੈਜੋਰਟੀ ਦੇ ਵਿੱਚ, ਤੇ ਹਿੰਦੂਜ਼ ਰਹਿ ਗਏ ਆਪਣੇ ਮਾਈਨੋਰਟੀ ਦੇ ਵਿੱਚ, ਹਿੰਦੂਜ਼ ਰਹਿ ਗਏ ਆਪਣੇ ਮਾਈਨੋਰਟੀ ਦੇ ਵਿੱਚ। ਓਕੇ, ਤੇ ਜੋ ਇਹ ਵਾਲਾ ਬੰਗਾਲ ਦਾ ਪਾਰਟ ਸੀ ਇਹਦੇ ਵਿੱਚ ਹਿੰਦੀ ਬੋਲਣ ਵਾਲੇ ਜਾਂ ਮੈਂ ਕਹਿੰਦਾ ਹਿੰਦੂਜ਼ ਉੜੀਸੀ ਵਾਲੇ ਲੋਕ ਕੀ ਹੋ ਗਏ, ਮੈਜੋਰਟੀ ਵਿੱਚ ਹੋ ਗਏ, ਮੈਜੋਰਟੀ ਵਿੱਚ ਹੋ ਗਏ, ਤੇ ਮੁਸਲਿਮ ਸੀ ਜੋ ਆਪਣੇ ਉਹ ਮਾਈਨੋਰਟੀ ਵਿੱਚ ਚਲੇ ਗਏ। ਕਈ ਜੋ ਆਪਣੇ INC ਦੇ ਮੈਂਬਰ ਸੀ ਜਾਂ ਮੈਂ ਕਹਿੰਦਾ ਇੰਡੀਅਨ ਪੋਲੀਟੀਸ਼ੀਅਨ ਸੀ, ਉਹਨਾਂ ਦਾ ਕੀ ਮੰਨਣਾ, ਉਹਨਾਂ ਦਾ ਮੰਨਣਾ ਹੈ ਵੀ ਜੋ ਇਹਨਾਂ ਨੇ ਬੰਗ ਭੰਗ ਕਰਿਆ ਸੀ ਜਾਂ ਬੰਗਾਲ ਦੀ ਪਾਰਟੀਸ਼ਨ ਕਰੀ ਸੀਗੀ, ਉਹ ਇਹਨਾਂ ਨੇ ਇਸ ਮਕਸਦ ਤੋਂ ਕਰੀ ਸੀ ਵੀ ਤਾਂ ਕਿ ਇਹ ਕੀ ਕਰ ਸਕਣ, ਹਿੰਦੂ ਐਂਡ ਮੁਸਲਿਮ ਦੇ ਵਿੱਚ, ਹਿੰਦੂ ਐਂਡ ਮੁਸਲਿਮ ਦੇ ਵਿੱਚ ਇੱਕ ਕਮਿਊਨਲ ਗਲਫ ਪੈਦਾ ਕਰ ਸਕਣ, ਇੱਕ ਕਮਿਊਨਲ ਗਲਫ ਪੈਦਾ ਕਰ ਸਕਣ, ਮਤਭੇਦ ਪੈਦਾ ਕਰ ਸਕਣ, ਮਤਭੇਦ ਪੈਦਾ ਕਰ ਸਕਣ। ਠੀਕ ਹੈ ਜੀ, ਦੇਖੋ ਇੱਧਰ ਕੀ ਹੈ, ਈਸਟ ਵਾਲੀ ਸਾਈਡ ਤੇ ਆਪਣੇ ਕੋਲ ਕੀ ਹੈ, ਮੁਸਲਿਮ ਆਪਣੇ ਕੋਲ ਮੈਜੋਰਟੀ ਵਿੱਚ ਨੇ, ਤੇ ਬੰਗਾਲ ਦੇ ਵਿੱਚ ਕੀ ਨੇ, ਮੁਸਲਿਮ ਆਪਣੇ ਕੋਲ ਮਾਈਨੋਰਟੀ ਵਿੱਚ ਨੇ। ਤਾਂ ਜੋ ਇੱਧਰ ਵਾਲੇ ਮੁਸਲਿਮ ਨੇ ਈਸਟ ਬੰਗਾਲ ਵਾਲੇ, ਉਹ ਕੀ ਸਮਝਣਗੇ, ਉਹ ਕੀ ਸੋਚਣਗੇ ਵੀ ਬੰਗਾਲ ਦੇ ਵਿੱਚ ਸਾਡੇ ਭਾਈਆਂ ਨੂੰ ਕੀ ਕਰਾਇਆ ਜਾ ਰਿਹਾ, ਦਬਾਇਆ ਜਾ ਰਿਹਾ, ਉਹਨਾਂ 'ਤੇ ਜ਼ੁਲਮ ਕੀਤੇ ਜਾ ਰਹੇ ਨੇ। ਤੇ ਜੋ ਬੰਗਾਲ ਦੇ ਵਿੱਚ ਹਿੰਦੂ ਨੇ ਉਹ ਕੀ ਸੋਚਣਗੇ ਵੀ ਜੋ ਈਸਟ ਬੰਗਾਲ ਤੇ ਅਸਾਮ ਦੇ ਵਿੱਚ ਸਾਡੇ ਹਿੰਦੂ ਮਾਈਨੋਰਿਟੀ ਵਿੱਚ ਨੇ, ਉਹਨਾਂ 'ਤੇ ਕੀ ਹੋ ਰਿਹਾ, ਉਹਨਾਂ 'ਤੇ ਜ਼ੁਲਮ ਹੋ ਰਿਹਾ, ਉਹਨਾਂ ਨੂੰ ਦਬਾਇਆ ਜਾ ਰਿਹਾ। ਤਾਂ ਇਸ ਤਰੀਕੇ ਨਾਲ ਹਿੰਦੂ ਐਂਡ ਮੁਸਲਿਮ ਦੇ ਵਿੱਚ ਕੀ ਹੋਏਗਾ, ਇੱਕ ਕਮਿਊਨਲ ਗਲਫ ਪੈਦਾ ਹੋਏਗੀ, ਮਤਭੇਦ ਪੈਦਾ ਹੋਣਗੇ। ਸ਼ੁਰੂਆਤ ਦੇ ਵਿੱਚ ਅੰਗਰੇਜ਼ਾਂ ਦੀ ਇਹ ਚਾਲ ਨਹੀਂ ਚੱਲੀ, ਬਟ ਬਾਅਦ ਵਿੱਚ ਅੱਗੇ ਚੱਲ ਕੇ ਆਪਣੇ ਕੋਲ ਮੁਸਲਿਮ ਲੀਗ ਬਣੀ, ਤਾਂ ਅੰਗਰੇਜ਼ ਕਿਤੇ ਜਾ ਕੇ ਅੱਗੇ ਜਾ ਕੇ ਕਾਮਯਾਬ ਹੋਏ 1906 ਦੇ ਵਿੱਚ, ਤੇ ਇਸੇ ਮੁਸਲਿਮ ਲੀਗ ਨੇ ਅੱਗੇ ਜਾ ਕੇ ਪਾਕਿਸਤਾਨ ਦੀ ਡਿਮਾਂਡ ਕਰੀ ਗਈ ਸੀ। ਓਕੇ ਜੀ, ਅੱਗੇ ਦੇਖਦੇ ਹਾਂ। ਦ ਹਿੰਦੂ ਇਨ ਦ ਪ੍ਰੋਵਿੰਸ ਆਫ ਈਸਟ ਐਂਡ ਬੰਗਾਲ ਐਂਡ ਅਸਾਮ ਵਰ ਰਿਡਿਊਸ ਟੂ ਮਾਈਨੋਰਟੀ। ਠੀਕ ਹੈ ਜੀ, ਪੂਰਬੀ ਬੰਗਾਲ ਅਤੇ ਅਸਾਮ ਪ੍ਰਾਂਤ ਵਿੱਚ ਹਿੰਦੂ ਘੱਟ ਗਿਣਤੀ ਵਿੱਚ ਰਹਿ ਗਏ, ਜਦੋਂ ਕਿ ਅਸਲ ਸੂਬੇ ਬੰਗਾਲ ਵਿੱਚ ਮੁਸਲਿਮ, ਬੰਗਾਲੀ, ਬਿਹਾਰੀ, ਉੜੀਸੀ ਵਿੱਚ ਗਿਣਤੀ ਘੱਟ ਰਹਿ ਗਈ ਸੀ। ਓਕੇ ਜੀ, ਠੀਕ ਹੈ ਜੀ। ਅੰਗਰੇਜ਼ਾਂ ਦਾ ਕੀ ਕਹਿਣਾ ਸੀ, ਅੰਗਰੇਜ਼ਾਂ ਦਾ ਕਹਿਣਾ ਸੀ ਵੀ ਜੋ ਆਪਣਾ ਈਸਟ ਵਾਲਾ ਸਾਈਡ ਹੈ ਇੱਥੇ ਡਿਵੈਲਪਮੈਂਟ ਘੱਟ ਆ, ਇਸ ਕਰਕੇ ਇਹਨੂੰ ਕੀ ਕਰਨਾ ਪਊਗਾ, ਇਸ ਦੀ ਇੱਕ ਡਿਵਾਈਡੇਸ਼ਨ ਕਰਨੀ ਪਊਗੀ। ਓਕੇ, ਇਹ ਲਫ਼ਜ਼ ਸੀਗੇ ਜੀ ਆਪਣੇ ਸਰ ਐਂਡਰਿਊ ਫਰੇਜ਼ਰ ਦੇ, ਸਰ ਐਂਡਰਿਊ ਫਰੇਜ਼ਰ ਦੇ 1903 ਤੋਂ 1908 ਤੱਕ ਇਹ ਬੰਗਾਲ ਦੇ ਗਵਰਨਰ ਰਹੇ ਸੀ। ਠੀਕ ਹੈ ਜੀ, ਅੱਗੇ ਦੇਖਦੇ ਹਾਂ। ਇਸ ਦੇ ਵਿਰੋਧ ਦੇ ਵਿੱਚ ਕਈ ਸਾਰੀਆਂ ਬੰਗ ਭੰਗ ਦੇ ਵਿਰੋਧ ਦੇ ਵਿੱਚ ਕਈ ਸਾਰੀਆਂ ਮੂਵਮੈਂਟਾਂ ਉੱਠੀਆਂ, ਜਿਨ੍ਹਾਂ ਵਿੱਚੋਂ ਇੱਕ ਸੀ ਆਪਣੀ ਸਵਦੇਸ਼ੀ ਮੂਵਮੈਂਟ, ਜਿਨ੍ਹਾਂ ਵਿੱਚੋਂ ਇੱਕ ਸੀ ਆਪਣੀ ਜੀ ਸਵਦੇਸ਼ੀ ਮੂਵਮੈਂਟ। ਓਕੇ, ਸਵਦੇਸ਼ੀ ਮੂਵਮੈਂਟ, ਸਵਦੇਸ਼ੀ ਮੂਵਮੈਂਟ ਦਾ ਸਪੋਰਟ ਕਰਨ ਵਾਲੇ ਲੋਕ ਦੋ ਤਰੀਕੇ ਦੇ ਗੀਤ ਗਾਉਂਦੇ ਸੀ। ਇੱਕ ਤਾਂ ਉਹ ਗਾਉਂਦੇ ਸੀ ਜੀ ਵੰਦੇ ਮਾਤਰਮ। ਠੀਕ ਹੈ ਜੀ, ਵੰਦੇ ਮਾਤਰਮ ਗੀਤ ਕਿਹੜੀ ਮੂਵਮੈਂਟ ਦੇ ਸਪੋਰਟ ਵਿੱਚ ਗਾਇਆ ਜਾਂਦਾ ਸੀ, ਵੰਦੇ ਮਾਤਰਮ ਗੀਤ ਸਵਦੇਸ਼ੀ ਮੂਵਮੈਂਟ ਦੇ ਸਪੋਰਟ ਵਿੱਚ ਗਾਇਆ ਗਿਆ। ਐਂਡ ਸੈਕੰਡ ਥਿੰਗ ਕੀ ਹੋਈ, ਰਵਿੰਦਰਨਾਥ ਟੈਗੋਰ ਨੇ ਇੱਕ ਗਾਣਾ ਲਿਖਿਆ ਸੀ ਅਮਰ ਸੋਨਰ ਬੰਗਲਾ। ਠੀਕ ਹੈ ਜੀ, ਅਮਰ ਸੋਨਰ ਬੰਗਲਾ ਲਿਖਿਆ ਸੀਗਾ ਪਾਰਟੀਸ਼ਨ ਆਫ ਬੰਗਾਲ ਦੇ ਵਿਰੋਧ ਵਿੱਚ, ਪਾਰਟੀਸ਼ਨ ਆਫ ਬੰਗਾਲ ਦੇ ਵਿਰੋਧ ਦੇ ਵਿੱਚ। ਤੇ 1971 ਦੇ ਵਿੱਚ ਇਸ ਗੀਤ ਨੂੰ ਬਾਂਗਲਾਦੇਸ਼ ਵੱਲੋਂ ਆਪਣਾ ਨੈਸ਼ਨਲ ਐਂਥਮ ਅਡੋਪਟ ਕਰਿਆ ਗਿਆ। ਓਕੇ, ਤੇ ਵੰਦੇ ਮਾਤਰਮ ਇੰਡੀਆ ਦਾ ਨੈਸ਼ਨਲ ਸੌਂਗ ਹੈ, ਇੰਡੀਅਨ ਨੈਸ਼ਨਲ ਸੌਂਗ ਹੈ। ਓਕੇ ਜੀ, ਵੰਦੇ ਮਾਤਰਮ ਲਿਖਿਆ ਸੀ ਬੰਕਿਮ ਚੰਦਰ ਚੈਟਰਜੀ ਨੇ, ਬੰਕਿਮ ਚੰਦਰ ਚੈਟਰਜੀ ਨੇ। ਬੰਗਾਲ ਦੇ ਵੰਡ ਦੀ ਵਿਰੋਧ ਦੇ ਵਿੱਚ ਇੱਕ ਸੈਰੇਮਨੀ ਮਨਾਈ ਗਈ, ਇੱਕ ਰਸਮ ਨਿਭਾਈ ਗਈ ਜੀ, ਉਹਨੂੰ ਰਕਸ਼ਾ ਬੰਧਨ ਦੀ ਸੈਰੇਮਨੀ ਕਿਹਾ ਜਾਂਦਾ ਹੈ।
ਇਹ ਸੈਰੇਮਨੀ ਕਦੋਂ ਮਨਾਈ ਗਈ ਹੈ ਪੁੱਛਿਆ ਜਾਂਦਾ ਪੇਪਰ ਦੇ ਵਿੱਚ 16 ਅਕਤੂਬਰ 1905 ਨੂੰ ਹੀ ਮਨਾਈ ਗਈ ਸੀ। ਕਿਹਦੇ ਵਿਰੋਧ ਵਿੱਚ ਮਨਾਈ ਗਈ ਜੀ? ਇਹ ਪਾਰਟੀਸ਼ਨ ਆਫ ਬੰਗਾਲ ਦੇ ਵਿਰੋਧ ਵਿੱਚ ਮਨਾਈ ਗਈ। ਇਹਦੇ ਵਿੱਚ ਦੱਸਿਆ ਗਿਆ ਵੀ ਹਿੰਦੂ ਤੇ ਮੁਸਲਿਮ ਅਸੀਂ ਦੋ ਨਹੀਂ ਹੈਗੇ, ਅਸੀਂ ਇੱਕ ਹੀ ਹਾਂ। ਓਕੇ ਜੀ। ਪਾਰਟੀਸ਼ਨ ਆਫ ਬੰਗਾਲ ਮੈਂ ਕਹਿ ਲਾਂ ਪਾਰਟੀਸ਼ਨ ਆਫ ਬੰਗਾਲ ਦੇ ਵਿਰੋਧ ਵਿੱਚ ਜਾਂ ਸਵਦੇਸ਼ੀ ਮੂਵਮੈਂਟ ਦੇ ਸਮਰਥਨ ਵਿੱਚ ਕੁਝ ਅਖਬਾਰ ਨਿਕਲਦੇ ਸੀਗੇ। ਠੀਕ ਹੈ ਜੀ, ਉਹ ਅਖਬਾਰ ਆਪਾਂ ਪੜ੍ਹ ਲੈਣੇ ਨੇ। ਠੀਕ ਹੈ, ਪਹਿਲਾ ਅਖਬਾਰ ਆਪਣੇ ਕੋਲ ਕੇ ਮਿੱਤਰਾ ਦਾ ਸੰਜੀਵਨੀ। ਓਕੇ ਜੀ। ਮੋਤੀ ਲਾਲ ਘੋਸ਼ ਦਾ ਅਖਬਾਰ ਹੈ ਆਪਣੇ ਕੋਲ ਅੰਮ੍ਰਿਤ ਬਾਜ਼ਾਰ ਪੱਤਰਿਕਾ। ਬਿਪਿਨ ਚੰਦਰ ਪੌਲ ਅਖਬਾਰ ਲਿਖਦੇ ਸੀ ਆਪਣੇ ਕੋਲ ਨਿਊ ਇੰਡੀਆ। ਓਕੇ ਜੀ। ਅਰਵਿੰਦੋ ਘੋਸ਼ ਲਿਖਦੇ ਸੀ ਆਪਣੇ ਕੋਲ ਬੰਦੇ ਮਾਤਰਮ ਐਂਡ ਅਜੀਤ ਸਿੰਘ ਆਪਣੇ ਕੋਲ ਲਿਖਦੇ ਸੀ ਭਾਰਤ ਮਾਤਾ। ਠੀਕ ਹੈ ਜੀ। ਦੇਖੋ 1885 ਦੇ ਵਿੱਚ ਆਪਣੇ ਕੋਲ ਆਈਐਨਸੀ ਬਣੀ ਤੇ 1885 ਤੋਂ ਲੈ ਕੇ 1905 ਤੱਕ ਦੇ ਟਾਈਮ ਨੂੰ ਨਰਮ ਦਲ ਦਾ ਟਾਈਮ ਕਿਹਾ ਜਾਂਦਾ ਹੈ, ਨਰਮ ਦਲ ਦਾ ਸਮਾਂ ਕਿਹਾ ਜਾਂਦਾ ਹੈ, ਕਿਉਂਕਿ ਇਹਨਾਂ ਦਾ ਜੋ ਵਿਰੋਧ ਪ੍ਰਦਰਸ਼ਨ ਦਾ ਤਰੀਕਾ ਸੀ ਉਹ ਵਿਰੋਧ ਪ੍ਰਦਰਸ਼ਨ ਦਾ ਤਰੀਕਾ ਨਰਮ ਸੀ। ਇਹ ਜ਼ਿਆਦਾ ਗੁੱਸਾ ਵਗੈਰਾ ਆਕਰੋਸ਼ ਜਾਂ ਹਿੰਸਾ ਨਹੀਂ ਦਿਖਾਉਂਦੇ ਸਨ। ਇਹ ਕੀ ਕਰਦੇ ਸੀ? ਇਹ ਅਖਬਾਰ ਕੱਢਦੇ ਸੀ। ਇਹ ਕੀ ਕਰਦੇ ਸੀ? ਇਹ ਸਟ੍ਰਾਈਕ ਕਰਦੇ ਸੀ, ਇਹ ਹੜਤਾਲਾਂ ਕਰਦੇ ਸੀ। ਠੀਕ ਹੈ ਜੀ। ਇਹ ਕੀ ਕਰਦੇ ਸੀ? ਇਹ ਡਿਬੇਟ ਕਰਦੇ ਸੀ ਸਰਕਾਰ ਨਾਲ ਵੀ ਨਹੀਂ ਇਹ ਤੁਸੀਂ ਗਲਤ ਕਰ ਰਹੇ ਹੋ। ਓਕੇ ਜੀ। ਇਹ ਕਿਹਨਾਂ ਦਾ ਤਰੀਕਾ ਸੀ? ਇਹ ਨਰਮ ਦਲ ਦਾ ਤਰੀਕਾ ਸੀ। ਬਟ ਜਦੋਂ ਆਪਣੇ ਕੋਲ ਸਵਦੇਸ਼ੀ ਮੂਵਮੈਂਟ ਆਈ ਉਸ ਤੋਂ ਬਾਅਦ ਦੇ ਟਾਈਮ ਨੂੰ ਗਰਮ ਦਲ ਦਾ ਟਾਈਮ ਕਿਹਾ ਜਾਂਦਾ ਹੈ, ਕਿਉਂਕਿ ਉਦੋਂ ਮਾਹੌਲ ਥੋੜ੍ਹਾ ਜਿਹਾ ਗਰਮ ਹੋ ਗਿਆ ਸੀ, ਲੋਕ ਸੜਕਾਂ ਦੇ ਉੱਪਰ ਉਤਰ ਆਏ ਸੀਗੇ। ਠੀਕ ਹੈ ਜੀ। ਜੋ ਆਪਣਾ ਸਵਦੇਸ਼ੀ ਮੂਵਮੈਂਟ ਹੋਇਆ ਉਹ ਹਰੇਕ ਜਗ੍ਹਾ 'ਤੇ ਪਹੁੰਚਿਆ। ਉਹਦਾ ਸਪਰੈਡ ਜੋ ਸੀ ਉਹ ਬੰਗਾਲ ਤੋਂ ਲੈ ਕੇ ਪੰਜਾਬ ਤੱਕ ਸੀਗਾ। ਬੰਗਾਲ ਤੋਂ ਲੈ ਕੇ ਪੰਜਾਬ ਤੱਕ ਹਰੇਕ ਭਾਰਤ ਦੇ ਵਿੱਚ ਹਰੇਕ ਕੋਨੇ ਦੇ ਵਿੱਚ ਸੀਗਾ ਜੀ। ਅੱਗੇ ਦੇਖਦੇ ਹਾਂ। ਅੱਗੇ ਹੈ ਜੀ ਆਪਣੇ ਕੋਲ ਸਵਦੇਸ਼ੀ ਮੂਵਮੈਂਟ ਦੀ ਸ਼ੁਰੂਆਤ ਪਾਰਟੀਸ਼ਨ ਆਫ ਬੰਗਾਲ ਦੇ ਵਿਰੋਧ ਜਾਂ ਵਿਰੋਧੀ ਅੰਦੋਲਨ ਦੇ ਰੂਪ ਵਿੱਚ ਹੋਈ ਸੀ। ਠੀਕ ਹੈ ਜੀ। ਪਾਰਟੀਸ਼ਨ ਆਫ ਬੰਗਾਲ ਦੀ ਓਰੀਜਨ ਜੈਨੇਸਿਸ ਕਿਵੇਂ ਹੋਇਆ ਵੀ ਉਹ ਪਾਰਟੀਸ਼ਨ ਆਫ ਬੰਗਾਲ ਦਾ ਕੀ ਕਰਦੇ ਸੀਗੇ ਜੀ? ਵਿਰੋਧ ਕਰਦੇ ਸੀਗੇ। ਕੌਣ? ਸਵਦੇਸ਼ੀ ਮੂਵਮੈਂਟ। ਠੀਕ ਹੈ ਜੀ। ਸਵਦੇਸ਼ੀ ਮੂਵਮੈਂਟ ਦਾ ਮਤਲਬ ਹੁੰਦਾ ਹੈ, ਸਵਦੇਸ਼ੀ ਦਾ ਮਤਲਬ ਹੁੰਦਾ ਸਵੈ ਨਿਰਭਰਤਾ, ਸੈਲਫ ਰਿਲਾਇੰਸ। ਓਕੇ ਜੀ। ਬਨਾਰਸ ਸੈਸ਼ਨ 1905 ਦੇ ਵਿੱਚ ਪ੍ਰੈਸੀਡੈਂਟ ਗੋਪਾਲ ਕ੍ਰਿਸ਼ਨ ਗੋਖਲੇ ਦੇ ਅੰਡਰ ਆਈਐਨਸੀ ਨੇ ਆਪਣਾ ਟੀਚਾ ਮਿਥਿਆ ਸਵਦੇਸ਼ੀ। ਠੀਕ ਹੈ ਜੀ। ਤੁਹਾਨੂੰ ਪੇਪਰ ਵਿੱਚ ਕੁਐਸਚਨ ਆਏਗਾ ਸਵਦੇਸ਼ੀ ਕਾਲ ਕਦੋਂ ਦਿੱਤੀ ਗਈ ਜਾਂ ਸਵਦੇਸ਼ੀ ਨੂੰ ਟੀਚਾ ਕਦੋਂ ਮਿਥਿਆ ਗਿਆ? ਇਹ ਮਿਥਿਆ ਗਿਆ ਸੀ ਜੀ ਬਨਾਰਸ ਸੈਸ਼ਨ ਦੇ ਵਿੱਚ ਜੋ 1905 ਦੇ ਵਿੱਚ ਹੋਇਆ ਸੀ। ਜਿਹਦਾ ਪ੍ਰੈਸੀਡੈਂਟ ਕੌਣ ਸੀ? ਜਿਹਦਾ ਪ੍ਰੈਸੀਡੈਂਟ ਸੀ ਜੀ ਕੇ ਗੋਖਲੇ, ਗੋਪਾਲ ਕ੍ਰਿਸ਼ਨ ਗੋਖਲੇ। ਓਕੇ ਜੀ। ਇਸ ਵਿੱਚ ਹੁੰਦਾ ਕੀ ਸੀ? ਇਸ ਵਿੱਚ ਲੋਕਾਂ ਦੇ ਦੇਖੋ ਸਵਦੇਸ਼ੀ ਜੋ ਮੂਵਮੈਂਟ ਸੀ ਆਪਣਾ ਉਹ ਦੋ ਤਰੀਕੇ ਨਾਲ ਸੀ। ਸਵਦੇਸ਼ੀ ਮੂਵਮੈਂਟ ਦੋ ਤਰੀਕੇ ਵਿੱਚ ਵੰਡਿਆ ਹੋਇਆ ਸੀ। ਇੱਕ ਤਾਂ ਆਪਾਂ ਨੇ ਕਰਨਾ ਜੀ ਬੋਇਕੋਟ ਕਰਨਾ ਹੈ। ਕਾਹਦਾ? ਫੋਰੇਜਨ ਗੁੱਡ ਦਾ। ਵਿਦੇਸ਼ ਤੋਂ ਆਉਣ ਵਾਲੇ ਸਮਾਨ ਦਾ ਆਪਾਂ ਨੇ ਕੀ ਕਰਨਾ ਹੈ? ਵਿਰੋਧ ਕਰਨਾ ਹੈ। ਠੀਕ ਹੈ ਜੀ। ਮਾਨਚੈਸਟਰ ਤੋਂ ਆਉਂਦਾ ਸੀ ਕੱਪੜਾ, ਮਾਨਚੈਸਟਰ ਦਾ ਕਲੋਥ ਤੇ ਲਿਵਰਪੂਲ ਦਾ ਨਮਕ, ਇਹਨਾਂ ਦਾ ਆਪਾਂ ਨੇ ਕੀ ਕਰਨਾ ਹੈ? ਵਿਰੋਧ ਕਰਨਾ ਹੈ। ਦੂਜਾ ਆਪਾਂ ਨੇ ਕੀ ਕਰਨਾ ਹੈ? ਪ੍ਰੋਤਸਾਹਿਤ ਕਰਨਾ ਹੈ, ਪ੍ਰਮੋਟ ਕਰਨਾ ਹੈ। ਕਿਹਨੂੰ? ਸਵਦੇਸ਼ੀ ਨੂੰ। ਠੀਕ ਹੈ ਜੀ। ਇਹ ਜੋ ਮੂਵਮੈਂਟ ਸੀਗਾ ਇਸ ਦੇ ਵਿੱਚ ਔਰਤਾਂ ਵੀ ਸ਼ਾਮਿਲ ਹੋਈਆਂ, ਇਸ ਵਿੱਚ ਸਟੂਡੈਂਟ ਵੀ ਸ਼ਾਮਿਲ ਹੋਏ। ਠੀਕ ਹੈ ਜੀ। ਇਸ ਵਿੱਚ ਜ਼ਮੀਂਦਾਰ ਵੀ ਸ਼ਾਮਿਲ ਹੋਏ, ਇਸ ਵਿੱਚ ਆਪਣਾ ਮਜ਼ਦੂਰ ਵਰਗ ਵੀ ਸ਼ਾਮਿਲ ਹੋਇਆ। ਓਕੇ ਜੀ। ਔਰਤਾਂ ਨੇ ਘਰਾਂ ਦੇ ਵਿੱਚ ਆਪਣੇ ਜੋ ਵਿਦੇਸ਼ੀ ਬਰਤਨ ਸੀਗੇ ਨਾ, ਵਿਦੇਸ਼ੀ ਬਰਤਨ ਉਹਨਾਂ ਦਾ ਵੀ ਬਾਈਕਾਟ ਕਰਤਾ ਸੀ। ਓਕੇ ਜੀ। ਸਟੂਡੈਂਟ ਕੀ ਕਰਦੇ ਸੀ? ਸਟੂਡੈਂਟ ਕਰਦੇ ਸੀ ਜੀ ਜੋ ਆਪਣਾ ਵਿਦੇਸ਼ੀ ਕੱਪੜਾ ਜਾਂ ਆਪਣੇ ਕੋਲ ਵਿਦੇਸ਼ੀ ਬੁੱਕਸ ਸੀਗੀਆਂ
ਉਹਨਾਂ ਦਾ ਕੀ ਕਰਦੇ ਸੀ, ਇਕੱਠਾ ਕਰਕੇ ਉਹਨਾਂ ਦਾ ਕੀ ਕਰਦੇ ਸੀ, ਬੋਨ ਫਾਇਰ ਕਰਦੇ ਸੀ, ਉਹਨਾਂ ਦੀ ਲੋਹੜੀ ਮਚਾਈ ਜਾਂਦੀ ਸੀ ਜੀ। ਠੀਕ ਹੈ ਜੀ, ਬੋਨ ਫਾਇਰ ਹੁੰਦਾ ਲੋਹੜੀ ਮਚਾਉਣਾ, ਉਹਨਾਂ ਦੀ ਆਪਣੀ ਕੀ ਮਚਾਈ ਜਾਂਦੀ ਸੀ, ਲੋਹੜੀ ਮਚਾਈ ਜਾਂਦੀ ਸੀ। ਓਕੇ ਜੀ। ਇੱਕ ਗੱਲ ਹੋਰ, ਪੰਜਾਬ ਦੇ ਵਿੱਚ ਸਵਦੇਸ਼ੀ ਮੂਵਮੈਂਟ ਫੈਲਾਇਆ ਆਪਣੇ ਅਜੀਤ ਸਿੰਘ ਤੇ ਲਾਲਾ ਲਾਜਪਤ ਰਾਏ ਨੇ ਤੇ ਪੂਨਾ ਐਂਡ ਬੰਬੇ ਦੇ ਏਰੀਏ ਵਿੱਚ ਇਸ ਮੂਵਮੈਂਟ ਨੂੰ ਫੈਲਾਇਆ ਜੀ ਬੀਜੀ ਤਿਲਕ ਨੇ। ਠੀਕ ਹੈ ਜੀ। ਉਹਨਾਂ ਨੇ ਲੋਕਾਂ ਨੂੰ ਇਕੱਠਾ ਕਰਨ ਵਾਸਤੇ ਗਣਪਤੀ ਮਹੋਤਸਵ ਤੇ ਸ਼ਿਵਾਜੀ ਮਹੋਤਸਵ ਦੀ ਸ਼ੁਰੂਆਤ ਕਰੀ ਸੀ। ਠੀਕ ਹੈ ਜੀ। ਇਹ ਉਹਨਾਂ ਨੇ ਸਵਦੇਸ਼ੀ ਮੂਵਮੈਂਟ ਦੇ ਅੰਡਰ ਹੀ ਕਰੀ ਸੀ। ਓਕੇ, ਅੱਗੇ ਦੇਖਦੇ ਹਾਂ। ਇਹ ਜੋ ਮੂਵਮੈਂਟ ਸੀਗਾ, ਇਹਨੇ ਕੀ ਕਰਿਆ, ਇਹ ਮੂਵਮੈਂਟ ਜੋ ਸੀ ਇਹ ਵਿਦੇਸ਼ੀ ਮਾਲ ਵਾਸਤੇ ਜਾਂ ਬ੍ਰਿਟੇਨ ਦੀ ਆਰਥਿਕ ਹਿੱਤਾਂ ਵਾਸਤੇ ਕੀ ਸੀ, ਇੱਕ ਬਹੁਤ ਵੱਡਾ ਝਟਕਾ ਸੀ। ਲੋਕਾਂ ਨੇ ਵੱਡੀ ਗਿਣਤੀ ਦੇ ਵਿੱਚ ਫੋਰੀਜਨ ਗੁੱਡ ਦਾ ਕੀ ਕਰਿਆ ਸੀ ਜੀ, ਬॉयकॉट ਕਰਨਾ ਸਟਾਰਟ ਕਰਤਾ ਸੀ ਤੇ ਸਵਦੇਸ਼ੀ ਨੂੰ ਕੀ ਕਰਨਾ ਸ਼ੁਰੂ ਕਰਿਆ ਸੀ, ਪ੍ਰਮੋਟ ਕਰਨਾ ਸ਼ੁਰੂ ਕਰ ਦਿੱਤਾ ਸੀ। ਬੰਗਾਲ ਦੇ ਵਿੱਚ ਕਈ ਤਰੀਕੇ ਦੀਆਂ ਇੰਡਸਟਰੀਜ਼, ਨਵੀਆਂ ਇੰਡਸਟਰੀਜ਼ ਕੀ ਹੋਈਆਂ ਸੀ, ਸਟਾਰਟ ਹੋ ਗਈਆਂ ਸੀਗੀਆਂ। ਓਕੇ ਜੀ। ਸਵਦੇਸ਼ੀ ਮੂਵਮੈਂਟ ਦੇਅਰਫੋਰ ਹੈ ਟੂ ਐਸਪੈਕਟ। ਠੀਕ ਹੈ ਜੀ, ਤੁਸੀਂ ਪੜ੍ਹ ਸਕਦੇ ਹੋ। ਬॉयकॉट ਦੇ ਅੱਗੇ ਦੋ ਟੀਚੇ ਸਨ। ਠੀਕ ਹੈ ਜੀ, ਇੱਕ ਤਾਂ ਸਵਦੇਸ਼ੀ ਨੂੰ ਪ੍ਰਮੋਟ ਕਰਨਾ ਤੇ ਬॉयकॉट ਕਰਨਾ ਫੋਰੀਜਨ ਗੁੱਡ ਦਾ। ਠੀਕ ਹੈ ਜੀ। ਸਟੂਡੈਂਟ ਨੇ ਇਹਦੇ ਵਿੱਚ ਇੰਪੋਰਟੈਂਟ ਰੋਲ ਨਿਭਾਇਆ ਸੀਗਾ। ਠੀਕ ਹੈ ਜੀ। ਕਿਤਾਬਾਂ ਤੇ ਕੱਪੜਿਆਂ ਨੂੰ ਉਹ ਕੀ ਕਰਦੇ ਸੀਗੇ, ਅੱਗ ਲਗਾਉਂਦੇ ਸੀ। ਓਕੇ ਜੀ। ਅੱਗੇ ਇੱਕ ਹੋਰ ਪਾਰਟੀਸ਼ਨ ਆਫ ਬੰਗਾਲ ਸੀ ਜੋ ਇਹ 1911 ਦੇ ਵਿੱਚ ਅਨਲ ਕਰ ਦਿੱਤਾ ਗਿਆ ਸੀ ਡਿਊਰਿੰਗ ਦਿੱਲੀ ਦਰਬਾਰ। ਓਕੇ ਜੀ। ਤੇ ਪਾਰਟੀਸ਼ਨ ਆਫ ਬੰਗਾਲ ਜਿਸ ਦਿਨ ਹੋਇਆ ਸੀ, ਯਾਨੀ 16 ਅਕਤੂਬਰ 1905 ਨੂੰ, ਇਸ ਦਿਨ ਨੂੰ ਡੇ ਆਫ ਮੌਰਨਿੰਗ ਯਾਨੀ ਸ਼ੋਕ ਦੇ ਦਿਨ ਵਜੋਂ ਮਨਾਇਆ ਗਿਆ ਸੀ। ਸ਼ੋਕ ਦਾ ਦਿਨ ਦੇ ਤੌਰ ਤੇ ਮਨਾਇਆ ਗਿਆ ਸੀ। ਲੋਕਾਂ ਨੇ ਇਸ ਦਿਨ ਆਪਣੇ ਘਰਾਂ ਵਿੱਚ ਚੂਲੇ ਨਹੀਂ ਬਾਲੇ ਸੀ। ਠੀਕ ਹੈ ਜੀ। ਉਹਨਾਂ ਨੇ ਫੂਡ ਨਹੀਂ ਬਣਾਇਆ ਸੀ ਆਪਣੇ ਘਰੇ। ਕਿਸ ਦਿਨ, 16 ਅਕਤੂਬਰ 1905 ਨੂੰ, ਜਿਸ ਦਿਨ ਕੀ ਹੋਈ ਸੀ, ਬੰਗਾਲ ਦੀ ਪਾਰਟੀਸ਼ਨ ਕਰੀ ਗਈ ਸੀ। ਓਕੇ ਜੀ। ਅੱਗੇ ਤੁਹਾਡੇ ਕੋਲ ਆਪਣੇ ਕੋਲ ਕੁਝ ਕੁਐਸਚਨ ਨੇ, ਆਪਾਂ ਕੁਐਸਚਨ ਦੇਖਦੇ ਹਾਂ ਆਪਾਂ ਨੂੰ ਪੇਪਰ ਵਿੱਚ ਕਿਸ ਤਰੀਕੇ ਦੇ ਕੁਐਸਚਨ ਆ ਸਕਦੇ ਨੇ। ਵੂ ਡਿਡ ਪਾਰਟੀਸ਼ਨ ਆਫ ਬੰਗਾਲ ਕਿਹਨੇ ਕਰੀ? ਇਹ ਕਰੀ ਸੀ ਜੀ ਲਾਰਡ ਕਰਜ਼ਨ ਨੇ। ਠੀਕ ਹੈ ਜੀ। ਲਾਰਡ ਕਰਜ਼ਨ 1899 ਤੋਂ ਲੈ ਕੇ 1905 ਤੱਕ ਇੰਡੀਆ ਦੇ ਵਾਇਸਰਾਏ ਸੀ। ਇਹਨਾਂ ਤੋਂ ਬਾਅਦ 1905 ਤੋਂ ਲੈ ਕੇ 1910 ਤੱਕ ਲਾਰਡ ਮਿੰਟੋ ਆਪਣੇ ਕੀ ਸੀ, ਵਾਇਸਰਾਏ ਸੀ, ਜਿਨ੍ਹਾਂ ਦੇ ਟਾਈਮ ਦੇ ਵਿੱਚ ਮਿੰਟੋ ਮੋਰਲੇ ਰਿਫਾਰਮ ਆਏ ਸੀ। ਰਿਫਾਰਮਸ ਆਏ ਸੀ। ਇਹ ਕੀ ਚੀਜ਼ ਹੁੰਦੀ ਹੈ ਆਪਾਂ ਅਗਲੇ ਲੈਕਚਰਾਂ ਵਿੱਚ ਪੜਾਂਗੇ। ਓਕੇ ਜੀ। ਵੂ ਕੰਪੋਜ਼ ਅਮਰ ਸੋਨਾਰ ਬਾਂਗਲੋ ਕਿਹਨੇ ਲਿਖਿਆ ਸੀ? ਇਹ ਲਿਖਿਆ ਸੀ ਜੀ ਰਵਿੰਦਰਨਾਥ ਟੈਗੋਰ ਨੇ। ਓਕੇ ਜੀ। ਵੈਨ ਵਾਜ਼ ਪਾਰਟੀਸ਼ਨ ਆਫ ਬੰਗਾਲ ਡਨ? ਠੀਕ ਹੈ ਜੀ। ਤੁਹਾਨੂੰ ਇਸ ਤਰੀਕੇ ਦੇ ਪੇਪਰ ਵਿੱਚ ਕੁਐਸਚਨ ਪੁੱਛੇ ਜਾਣਗੇ। ਪਾਰਟੀਸ਼ਨ ਆਫ ਬੰਗਾਲ ਕਦੋਂ ਹੋਈ? ਇਹ ਹੋਈ ਸੀ ਜੀ 16 ਅਕਤੂਬਰ 1905 ਨੂੰ। 3 ਦਸੰਬਰ 1905 ਨੂੰ ਇਹ ਬ੍ਰਿਟੇਨ ਦੀ ਪਾਰਲੀਮੈਂਟ ਵਿੱਚ ਪ੍ਰਪੋਜ਼ ਕੀਤੀ ਗਈ ਸੀ। 20 ਜੁਲਾਈ 1905 ਨੂੰ ਇਹ ਕੀ ਕਰੀ ਗਈ ਸੀ? ਅਨਾਊਂਸ ਕਰੀ ਗਈ ਸੀ। ਓਕੇ ਜੀ। ਅੱਗੇ ਕੁਐਸਚਨ ਹੈ ਆਪਣੇ ਕੋਲ, ਵੂ ਵਾਜ਼ ਦਾ ਵਾਇਸਰਾਏ ਆਫ ਡਿਊਰਿੰਗ ਸਵਦੇਸ਼ੀ ਮੂਵਮੈਂਟ ਦੇ ਦੌਰਾਨ ਆਪਣਾ ਵਾਇਸਰਾਏ ਕੌਣ ਸੀ? ਆਪਣੇ ਵਾਇਸਰਾਏ ਲਾਰਡ ਕਰਜ਼ਨ ਹੀ ਸੀ। ਓਕੇ ਜੀ। ਵੂ ਵਾਜ਼ ਦਾ ਪ੍ਰੈਜ਼ੀਡੈਂਟ ਇੰਡੀਅਨ ਨੇਸ਼ਨ ਕਾਂਗਰਸ ਡਿਊਰਿੰਗ ਸਵਦੇਸ਼ੀ ਮੂਵਮੈਂਟ ਦੇ ਦੌਰਾਨ ਆਪਣੇ INC ਦੇ ਪ੍ਰੈਜ਼ੀਡੈਂਟ ਕੌਣ ਸੀ? INC ਦੇ ਪ੍ਰੈਜ਼ੀਡੈਂਟ ਸੀ ਆਪਣੇ ਦਾਦਾ ਭਾਈ ਨੌਰੋਜੀ 1906 ਦੇ ਵਿੱਚ। ਓਕੇ ਜੀ। 1905 ਦੇ ਵਿੱਚ GK ਗੋਖਲੇ ਸੀਗੇ। ਓਕੇ ਜੀ। ਓਕੇ, ਅਗਲਾ ਕੁਐਸਚਨ ਹੈ ਜੀ,
who support the स्वदेशी मूवमेंट ड्यूरिंग द बनारस ਸੈਸ਼ਨ ਆਫ ਦ ਇੰਡੀਅਨ ਨੇਸ਼ਨ ਕਾਂਗਰਸ। ਆਪਾਂ ਨੇ ਪਿੱਛੇ ਕਰਿਆ 1905 ਦੇ ਵਿੱਚ ਬਨਾਰਸ ਸੈਸ਼ਨ ਹੋਇਆ ਸੀ, ਜਿਹਦਾ ਪ੍ਰੈਜ਼ੀਡੈਂਟ ਕੌਣ ਸੀ? ਆਪਣਾ GK ਗੋਖਲੇ ਸੀ। ਓਕੇ ਜੀ, ਅੱਜ ਦਾ ਲੈਕਚਰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਉਮੀਦ ਕਰਦਾ ਕਿ ਤੁਹਾਨੂੰ ਲੈਕਚਰ ਚੰਗਾ ਲੱਗੇਗਾ। ਜੇ ਤੁਹਾਨੂੰ ਲੈਕਚਰ ਵਧੀਆ ਲੱਗਿਆ ਤਾਂ ਇੱਕ ਲਾਈਕ ਜ਼ਰੂਰ ਦੇਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਉਦੋਂ ਤੱਕ ਸਤਿ ਸ਼੍ਰੀ ਅਕਾਲ ਜੀ।